जिसने नाम तुसां दा जपिया, जिसने नाम तुसां दा जपिया, भव सागरी ओ तरिया। तेरी कृपा होई उसदा दुखड़ा हरिया। दुनिया नू पालण वाला, तू दुनिया नू पालण वाला, तू है परवरदिगार मेरा। कर देवो दातार मेरा, कर देवो। नौ निधियां ते 18 सिद्धियां, नौ निधियां ते 18 सिद्धियां, दर तेरे ते दाता। सेवा सिमरन कीता नीच ऊंच बनाता। नौ निधियां ते 18 सिद्धियां, नौ निधियां ते 18 सिद्धियां, दर तेरे ते दाता। सेवा सिमरन कीता नीच ऊंच बनाता। सबदा राखा सबदा सांझा, सबदा राखा सबदा सांझा, तू ही है निरंकार मेरा। कर देवो दातार मेरा, कर देवो। तू समराथी अकाथी शहनशाह, तू समराथी अकाथी शहनशाह, ये तेरी वडियाई। समी ते बागे ने है महिमा तेरी गाई। तू समराथी अकाथी शहनशाह, तू समराथी अकाथी शहनशाह, ये तेरी वडियाई। समी ते बागे ने है महिमा तेरी गाई। करो बेनती होरी वगारा, करो बेनती होरी वगारा, देव काज सवार मेरा। कर देवो दातार मेरा। कर देवो दातार मेरा। कर देवो। आवहो सिख सतगुरु के प्यारिओ, गावहो सच्ची बाणी। बाणी तां गावहो गुरु केरी, बाणियां सिर बाणी। जिनको नदर कर्म होवै हृदय न समाणी, पीवहो अमृत सदा रहो हर रंग, जपहो सारंग पाणी। कह नानक सदा गावहो ਇਹ ਸੱਚੀ ਬਾਣੀ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਤੂੰ ਸੁਲਤਾਨ ਕਹਾਂ ਹੋ ਮੀਆਂ, ਤੇਰੀ ਕਮਨ ਵਡਾਈ। ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। गुरु नानक जिन सुनिया पेखिया, से फिर गुरबासना परिया रे। तै साहिब की बात जे आखै, कहो नानक क्या दीजै। शीश वड्डे कर बैसन दीजै, बिन सिर सेव करीजै। जुगो जुग अटल चवर छत्र तखत दे मालक, हाजरा हजूर ज़ारा ज़हूर सर्व कला भरपूर।
ਗੁਰਗੱਦੀ ਉੱਪਰ ਸ਼ਿਵਾਇਮਾਨ ਸਾਹਿਬੇ ਕਮਾਲ ਸ਼ਬਦ ਗੁਰੂ ਅਵਤਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਸਮੂਹ ਸਾਧ ਸੰਗਤ ਜੀਓ। ਆਓ ਸਭ ਤੋਂ ਪਹਿਲਾਂ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਕਰੋ ਮਨ ਬਿਰਤੀਆਂ ਇਕਾਗਰ, ਝੁਕਾਓ ਸ਼ੀਸ਼ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਮੁਕੱਦਸ ਚਰਨਾਂ ਵਿੱਚ, ਤਾਂ ਜੋ ਸਾਡੀ ਹਾਜ਼ਰੀ ਦਰ ਤੇ ਪ੍ਰਵਾਨ ਹੋ ਜਾਏ, ਸਾਡਾ ਬੈਠਾ ਸਫਲਾ ਹੋ ਜਾਏ, ਸਾਡਾ ਝੁਕਾਇਆ ਸਿਰ ਪ੍ਰਵਾਨ ਹੋ ਜਾਏ, ਸਾਡੀ ਬਲਾਈ ਫਤਿਹ ਪ੍ਰਵਾਨ ਹੋ ਜਾਏ। ਪ੍ਰਵਾਨ ਕਦੋਂ ਹੋਵੇਗਾ? ਜਦੋਂ ਸਾਡਾ ਮਨ ਇਕਾਗਰ ਹੋਵੇਗਾ। ਜੇ ਮਨ ਇਕਾਗਰ ਨਹੀਂ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦਾ ਫੈਸਲਾ ਤੇਰਾ ਝੁਕਾਇਆ ਸਿਰ ਵੀ ਪ੍ਰਵਾਨ ਨਹੀਂ। ਸ਼ੀਸ਼ ਨਵਾਈਆ ਕਿਆ ਥਿਆ ਜਾ ਰਿਦਕ ਸੁਧਾ ਜਾਏ, ਮਨ ਕਿਧਰੇ ਹੋਰ ਹੈ, ਸਿਰ ਝੁਕਾ ਰਿਆ ਗੁਰਦੇ ਪਾਤਸ਼ਾਹ ਕਹਿੰਦੇ ਨਹੀਂ ਪ੍ਰਵਾਨ। ਕਦੋਂ ਪ੍ਰਵਾਨ ਹੈ? ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਜ਼, ਜੋ ਤੇਰਾ ਮਨ ਇਕਾਗਰ ਹੈ ਉਦੋਂ ਤੇਰਾ ਝੁਕਾਇਆ ਸਿਰ ਵੀ ਪ੍ਰਵਾਨ ਹੈ, ਤੇਰੀ ਬਲਾਈ ਫਤਿਹ ਵੀ ਪ੍ਰਵਾਨ ਹੈ। ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸ਼ੀਸ਼ ਨਵਾ ਕੇ ਮਨ ਬਿਰਤੀ ਇਕਾਗਰ ਕਰਕੇ ਲਵਾਓ ਹਾਜ਼ਰੀ। ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਤੋਂ ਵਰੋਸਾਈ ਹੋਈ ਆਤਮਾ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਸਾਹਿਬ ਜੀ, ਉਹਨਾਂ ਦਾ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਲੰਗਰ ਸਾਹਿਬ, ਇਸ ਪਾਵਨ ਪਵਿੱਤਰ ਅਸਥਾਨ ਤੇ ਸ਼੍ਰੀਮਾਨ ਸੰਤ ਬਾਬਾ ਨਿਧਾਨ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਆਤਮਾ ਸਿੰਘ ਜੀ ਔਰ ਸ਼੍ਰੀਮਾਨ ਸੰਤ ਬਾਬਾ ਸ਼ੀਸ਼ਾ ਸਿੰਘ ਸਾਹਿਬ ਜੀ ਕਾਰ ਸੇਵਾ ਵਾਲੇ, ਉਹਨਾਂ ਦੀ ਪਾਵਨ ਪਵਿੱਤਰ ਮਿੱਠੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ, ਨਿੱਘੀ ਯਾਦ ਨੂੰ ਮਨਾਉਂਦਿਆਂ ਹੋਇਆਂ, ਮੁੱਖ ਸੇਵਾਦਾਰ ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਔਰ ਸਮੁੱਚੀ ਮੈਨੇਜਮੈਂਟ ਨੇ ਰਲ ਮਿਲ ਕਰਕੇ ਉਪਰਾਲਾ ਕੀਤਾ। ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ ਸਾਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ। ਆਪਾਂ ਸਾਰੇ ਸਾਲਾਨਾ ਜੋੜ ਮੇਲਾ ਮਨਾਉਣ ਵਾਸਤੇ ਇਕੱਤਰ ਹੋਏ ਆ। ਦੀਵਾਨ ਦੀ ਪਹਿਲੇ ਦਿਨ ਦੀ ਆਰੰਭਤਾ ਹੋਈ ਹੈ। ਆਪ ਜੀ ਨੇ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀ ਮਨੋਹਰ ਕਥਾ ਸ਼ਰਵਣ ਕੀਤੀ ਆ, ਵਿਚਾਰ ਸ਼ਰਵਣ ਕੀਤੇ ਨੇ। ਉਪਰੰਤ ਦਾਸ ਦੇ ਜਥੇ ਨੂੰ ਹੁਕਮ ਹੋਇਆ, ਮੇਰੇ ਸਤਿਕਾਰਯੋਗ ਉਸਤਾਦ ਗਿਆਨੀ ਸ਼ਵਰਨ ਸਿੰਘ ਜੀ ਮਹੇੜੂ, ਜਿਹੜੇ ਹਰ ਸਮਾਗਮ ਤੇ ਆਣ ਕੇ ਸਟੇਜ ਦੀ ਡਿਊਟੀ ਨਿਭਾਉਂਦੇ ਨੇ, ਜਿਨ੍ਹਾਂ ਨੇ ਮੈਨੂੰ ਇਸ ਲਾਇਕ ਬਣਾਇਆ ਕਿ ਮੈਂ ਆਪ ਜੀ ਦੀ ਸੇਵਾ ਕਰ ਸਕਾਂ, ਜਿਨ੍ਹਾਂ ਨੇ ਮੈਨੂੰ ਢਾਡੀ ਕਲਾ ਢਾਡੀ ਇਤਿਹਾਸ ਦੀ ਵਿਦਿਆ ਦਿੱਤੀ, ਉਹਨਾਂ ਵੱਲੋਂ ਦਾਸ ਦੇ ਜਥੇ ਨੂੰ ਹੁਕਮ ਹੋਇਆ ਕਿ ਤਕਰੀਬਨ 12 ਵਜੇ ਤੱਕ ਮੈਂ ਆਪ ਜੀ ਦੀ ਇਤਿਹਾਸ ਨਾਲ ਸੇਵਾ ਕਰਨੀ ਹੈ। ਮੈਂ ਸਮੇਂ ਵਿੱਚ ਰਹਿ ਕੇ ਇਤਿਹਾਸ ਵਿੱਚੋਂ ਆਪ ਜੀ ਦੇ ਨਾਲ ਕੋਈ ਸਾਂਝ ਪਾਉਣ ਦਾ ਯਤਨ ਕਰਨਾ ਹੈ। ਇਤਿਹਾਸ ਪੜ੍ਹਨਾ ਸੁਣਨਾ ਪ੍ਰਚਾਰਨਾ ਕਿਉਂ ਜ਼ਰੂਰੀ ਹੋਇਆ ਕਰਦਾ ਹੈ? ਕਿਉਂ ਆਪਾਂ ਯਤਨ ਕਰਦੇ ਹਾਂ ਆਪਣੇ ਇਤਿਹਾਸ ਨਾਲ ਜੁੜੀਏ, ਆਪਣੇ ਵਿਰਸੇ ਦੇ ਨਾਲ ਜੁੜੀਏ? ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਜੁੜੇ ਬੈਠੇ ਆ। ਗੁਰੂ ਕਾ ਸਿੱਖ 2 ਵਕਤ ਜਦੋਂ ਨਿਤਨੇਮ ਕਰਦਾ, ਅਰਦਾਸ ਕਰਦਾ ਹੈ। ਗੁਰੂ ਕਾ ਸਿੱਖ ਕੋਈ ਵੀ ਕਾਰਜ ਕਰੇ, ਕੋਈ ਖੁਸ਼ੀ ਦਾ ਕਾਰਜ ਹੋਵੇ, ਗਮੀ ਦਾ ਕਾਰਜ ਹੋਵੇ, ਗੁਰੂ ਕਾ ਸਿੱਖ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਮੁਕੱਦਸ ਚਰਨਾਂ ਵਿੱਚ ਜੋਦੜੀ ਬੇਨਤੀ ਅਰਦਾਸ ਕਰਦਾ ਹੈ। ਤੇ ਅਰਦਾਸ ਨੂੰ ਕੇਵਲ ਆਪਾਂ ਇੱਕੋ ਨਜ਼ਰੀਏ ਦੇ ਨਾਲ ਵੇਖਦੇ ਆ, ਕਦੇ ਦੂਜੇ ਨਜ਼ਰੀਏ ਨਾਲ ਨਹੀਂ ਵੇਖਿਆ। ਜਿਹੜੀ ਆਪਾਂ ਅਰਦਾਸ ਕਰਦੇ ਆ, ਕਦੇ ਇਹਦੇ ਸ਼ਬਦਾਂ ਵੱਲ ਗੌਰ ਕਰਿਓ। ਜਿਹੜੇ ਸ਼ਬਦ ਆਪਾਂ ਅਰਦਾਸ ਦੇ ਰੂਪ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਖਲੋ ਕੇ ਸ਼ਬਦ ਆਪਣੇ ਰਸਨਾ ਤੋਂ ਉਚਾਰਦੇ ਆ, ਕਦੇ ਉਹਨਾਂ ਸ਼ਬਦਾਂ ਵੱਲ ਗੌਰ ਕਰਿਓ। ਦਰਅਸਲ ਅਰਦਾਸ ਹੈ ਕੀ ਹੈ? ਅਰਦਾਸ ਸਾਡਾ ਇਤਿਹਾਸ ਹੈ, ਸਾਡਾ ਗੌਰਵਮਈ ਵਿਰਸਾ ਹੈ, ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਦੁਹਰਾਉਂਦੇ ਆ ਕਿ ਸਾਨੂੰ ਸਾਡਾ ਇਤਿਹਾਸ ਭੁੱਲ ਨਾ ਜਾਏ। ਕਦੇ ਗੌਰ ਕਰਿਓ, ਅਰਦਾਸ ਦੀ ਆਰੰਭਤਾ ਹੁੰਦੀ ਆ ਉਸ ਅਕਾਲ ਪੁਰਖ ਤੋਂ, ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮੁਖਾਰ ਵਿੱਚੋਂ ਉਚਾਰੀ ਹੋਈ ਅਰਦਾਸ ਹੈ। ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿੱਥੇ ਤੱਕ ਆਪਾਂ ਬੋਲਦੇ ਆ, ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਈ। ਇੱਥੋਂ ਤੱਕ ਦੀ ਅਰਦਾਸ, ਇੱਕ ਓੰਕਾਰ ਤੋਂ ਲੈ ਕੇ ਇੱਥੋਂ ਤੱਕ ਦੀ ਅਰਦਾਸ
ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਵਨ ਮੁਖਾਰ ਵਿੱਚ ਉਚਾਰੀ ਹੋਈ ਹੈ। ਤੇ ਜਿਹੜੀ ਇਸ ਤੋਂ ਅਗਲੀ ਅਰਦਾਸ ਹੈ ਉਹ ਪੰਥ ਖਾਲਸਾ ਨੇ ਸਮੇਂ ਅਨੁਸਾਰ ਜਿਹੜੀਆਂ ਪੌੜੀਆਂ ਵਿੱਚ ਹੋਰ ਜੋੜੀਆਂ ਨੇ, ਹੋਰ ਐਡ ਕੀਤੀਆਂ ਨੇ। ਤੇ ਕਦੇ ਗੌਰ ਕਰਿਓ, ਸਾਡਾ ਸਾਰਾ ਇਤਿਹਾਸ ਹੈ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ। ਗੁਰੂ ਕਾ ਸਿੱਖ ਦਸਾਂ ਪਾਤਸ਼ਾਹੀਆਂ ਨੂੰ ਸਿਮਰਦਾ, ਅਕਾਲ ਪੁਰਖ ਨੂੰ ਸਿਮਰਨ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਖਲੋ ਕੇ ਦਸਾਂ ਪਾਤਸ਼ਾਹੀਆਂ ਨੂੰ ਸਿਮਰਦਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਨੂੰ ਸਿਮਰਦਾ ਹੈ। ਤੇ ਉਹਦੇ ਤੋਂ ਬਾਅਦ ਫਿਰ ਜਿਹੜੀ ਅਗਲੀ ਪੌੜੀ ਆਉਂਦੀ ਆ ਅਰਦਾਸ ਦੀ, ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ। ਇਸ ਪੌੜੀ ਵਿੱਚ ਜਿਨ੍ਹਾਂ ਨੇ ਬੰਦਗੀ ਕੀਤੀ, ਜਿਨ੍ਹਾਂ ਨੇ ਸਿਮਰਨ ਕੀਤਾ, ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਆ, ਉਹਨਾਂ ਸਮੂਹ ਹੱਠੀਆਂ, ਜਪੀਆਂ, ਤਪੀਆਂ ਨੂੰ ਸਿਮਰਦਾ ਹੈ। ਉਹਦੇ ਤੋਂ ਬਾਅਦ ਫਿਰ ਅਗਲੀ ਪੌੜੀ ਆਪਣੇ ਸ਼ਹੀਦਾਂ ਨੂੰ ਸਿਮਰਦਾ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਭੁਜੰਗੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਪੁੱਠੀਆਂ ਖੱਲਾਂ ਲੋਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਖੋਪਰੀਆਂ ਤਰਵਾਈਆਂ। ਅਸੀਂ ਅੱਜ ਅਰਦਾਸ ਵਿੱਚੋਂ ਕੁਝ ਕੁ ਲਫ਼ਜ਼ ਕੱਟ ਦਿੱਤੇ ਨੇ। ਅਰਦਾਸ ਨੂੰ ਆਪਾਂ ਥੋੜੀ ਜਿਹੀ ਛੋਟੀ ਕਰ ਲਿਆ। ਕਿਤੇ ਪ੍ਰਾਤਨ ਸਿੰਘ ਅਰਦਾਸ ਕਰਦਾ ਹੋਵੇ ਤੇ ਕੋਲ ਖੜ ਕੇ ਗੌਰ ਦੇ ਨਾਲ ਸੁਣਿਓ, ਜਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘ ਅਰਦਾਸ ਕਰਦੇ ਹੁਣ ਕਦੇ ਗੌਰ ਨਾਲ ਸੁਣਿਓ। ਜਿਹੜੇ ਲਫ਼ਜ਼ ਅਸੀਂ ਕੱਟੇ ਹੋਏ ਨੇ, ਜਿਨ੍ਹਾਂ ਸਿੰਘਾਂ ਸਿੰਘਣੀਆਂ, ਅਸੀਂ ਇੱਥੇ ਭੁਜੰਗੀ ਸ਼ਬਦ ਵੀ ਕੱਢ ਦਿੱਤਾ। ਇਹ ਭੁਜੰਗੀ ਸ਼ਬਦ ਸਭ ਤੋਂ ਪਹਿਲੀ ਵਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਾਸਤੇ ਵਰਤਿਆ ਗਿਆ ਸੀ। ਸਰਹੰਦ ਦੀ ਕਚਹਿਰੀ ਵਿੱਚ ਦੀਵਾਨ ਸੁੱਚਾਨੰਦ ਕਹਿੰਦਾ, ਇਹ ਸੱਪ ਦੇ ਬੱਚੇ ਸੱਪ ਨੇ, ਵੱਡੇ ਹੋ ਕੇ ਡੰਗ ਮਾਰਨਗੇ। ਇਹ ਭੁਜੰਗ ਦੇ ਬੱਚੇ ਭੁਜੰਗੀ ਨੇ, ਭੁਜੰਗ ਕਹਿੰਦੇ ਨੇ ਵੱਡੇ ਸੱਪ ਨੂੰ, ਤੇ ਭੁਜੰਗੀ ਕਹਿੰਦੇ ਸੱਪ ਦੇ ਬੱਚੇ ਨੂੰ। ਇਹ ਸ਼ਬਦ ਸਾਨੂੰ ਦਿੱਤਾ ਗਿਆ। ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਖਿਆ, ਕੋਈ ਗੱਲ ਨਹੀਂ, ਸਾਨੂੰ ਸ਼ਬਦ ਦੇ ਪ੍ਰਵਾਨ ਹੈ, ਪਰ ਯਾਦ ਰੱਖੋ ਭਾਈ 4 ਛੋਟੇ ਭੁਜੰਗੀ ਸ਼ਹੀਦ ਕਰਕੇ ਕਿ ਤੁਸੀਂ ਸਮਝਦੇ ਹੋ ਤੁਸੀਂ ਕਾਮਯਾਬ ਹੋ ਗਏ। ਨਹੀਂ, ਅਜੇ ਮੇਰਾ ਵੱਡਾ ਪੁੱਤਰ ਕੁੰਡਲੀਆ ਨਾਗ ਖਾਲਸਾ ਪੰਥ ਬੈਠਾ, ਜਿਹੜਾ ਮਾਰੇਗਾ ਫੰਕਾਰਾ, ਤੇਰੀ ਸਲਤਨਤ ਨੂੰ ਤਬਾਹ ਕਰ ਦੇਗਾ। ਔਰੰਗਜ਼ੇਬ ਨੂੰ ਸੰਬੋਧਨ ਹੋ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਵੱਡਾ ਕਾਲਾ ਨਾਗ ਕੁੰਡਲੀਆ ਸੱਪ, ਇਹ ਪੰਥ ਖਾਲਸਾ ਜੇ ਜਿਉਂਦਾ, ਜਿਹੜਾ ਤੇਰੀ ਸਲਤਨਤ ਨੂੰ ਤਬਾਹ ਕਰੇਗਾ। ਲੇਕਿਨ ਅੱਜ ਅਸੀਂ ਉਹ ਲਫ਼ਜ਼ ਆਪਣੀ ਅਰਦਾਸ ਵਿੱਚੋਂ ਕੱਢ ਦਿੱਤਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਭੁਜੰਗੀਆਂ, ਭੁਜੰਗੀ ਕਹਿੰਦੇ ਨੇ ਛੋਟੇ ਬੱਚੇ ਨੂੰ, ਤੇ ਸਾਡੇ ਤੇ 18 ਦਿਨਾਂ ਦੇ ਬੱਚਿਆਂ ਨੇ ਵੀ ਕੁਰਬਾਨੀਆਂ ਕੀਤੀਆਂ ਨੇ। ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜ਼ਾਲਮਾਂ ਦੀ ਭੇਜੀ ਹੋਈ ਫੌਜ ਦੇ ਨਾਲ ਟੱਕਰ ਲਾ ਰਹੇ ਨੇ। ਤੇ ਉੱਥੇ ਇੱਕ 18 ਦਿਨਾਂ ਦਾ ਬੱਚਾ ਆਪਣੀ ਮਾਂ ਦੀ ਗੋਦ ਵਿੱਚ ਬੈਠਾ। ਕਦੇ ਇਤਿਹਾਸ ਨੂੰ ਵਾਚਿਓ। ਆਪਾਂ ਮੀਰ ਮੰਨੂ ਦਾ ਜ਼ਿਕਰ ਵੀ ਅਰਦਾਸ ਵਿੱਚੋਂ ਕਰ ਦਿੱਤਾ ਹੈ। ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਮਨ ਦੇ ਪਿੱਛੇ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀਆਂ ਵਿੱਚ ਪਵਾਏ, ਅੰਦਰਾਂ ਦੇ ਹਾਰ ਗਲਾਂ ਵਿੱਚ ਪਵਾਏ। ਅਸੀਂ ਅਰਦਾਸ ਵਿੱਚੋਂ ਲਫ਼ਜ਼ ਕੱਢ ਦਿੱਤੇ ਨੇ। ਇਹ ਸਾਡਾ ਇਤਿਹਾਸ ਹੈ, ਜਿਹੜਾ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਦੁਹਰਾਉਂਦੇ ਆ। ਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਓਟ ਆਸਰਾ ਲੈ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਆਈ ਹੋਈ ਜ਼ਾਲਮ ਸ਼ਾਹੀ ਦੇ ਨਾਲ ਟੱਕਰ ਲਾ ਰਹੇ ਨੇ, ਫੌਜ ਦੇ ਨਾਲ ਟੱਕਰ ਲਾ ਰਹੇ ਨੇ। ਤੇ ਭਾਈ ਰਛਪਾਲ ਸਿੰਘ ਸੰਤਾਂ ਦੇ ਪੀਏ, ਉਹਨਾਂ ਦੇ ਬੱਚੇ ਦੀ ਉਸ ਦਿਨ ਉਮਰ ਕੇਵਲ 18 ਦਿਨ ਦੀ ਹੈ। ਬੀਬੀ ਪ੍ਰੀਤਮ ਕੌਰ ਦੀ ਗੋਦ ਵਿੱਚ ਬੈਠੇ ਨੇ। ਇੱਕ ਗੋਲੀ ਵੱਜੀ ਹੈ ਤੇ ਸਰਦਾਰ ਮਨਪ੍ਰੀਤ ਸਿੰਘ ਦੀ ਆਰਬਲਾ ਉਸ ਵੇਲੇ ਕੇਵਲ 18 ਦਿਨਾਂ ਦੀ ਹੈ, ਜਿਨ੍ਹਾਂ ਨੇ ਸੱਚਖੰਡ ਦਰਬਾਰ ਸ੍ਰੀ ਹਰਿਮੰਦਰ ਸਾਹਿਬ, ਜਿੱਥੇ ਆਪਾਂ ਜਾ ਕੇ ਗਿੱਲੇ ਵਸਤਰ ਰੱਖਦੇ ਆ, ਉੱਥੇ ਮੋਰਚਾ ਲਾਇਆ ਹੋਇਆ ਸੀ ਭਾਈ ਰਛਪਾਲ ਸਿੰਘ ਜੀ ਨੇ। ਤੇ ਬੀਬੀ ਪ੍ਰੀਤਮ ਕੌਰ ਜੀ ਭਰ ਕੇ ਮੈਗਜ਼ੀਨ ਦੇ ਰਹੇ ਸਨ। ਗੋਦ ਵਿੱਚ 18 ਦਿਨਾਂ ਦਾ ਸਰਦਾਰ ਮਨਪ੍ਰੀਤ ਸਿੰਘ, ਗੋਲੀ ਵੱਜੀ ਹੈ, ਸੀਨਾ ਛਲਣੀ ਹੋ ਗਿਆ। ਤੇ 18 ਦਿਨਾਂ ਦਾ ਭਾਈ ਮਨਪ੍ਰੀਤ ਸਿੰਘ ਜਾਮੇ ਸ਼ਹਾਦਤ ਪ੍ਰਾਪਤ ਕਰ ਗਿਆ। ਅਸੀਂ ਅੱਜ ਉਹ ਨਾਂ ਕੱਢ ਦਿੱਤਾ। ਜਿਨ੍ਹਾਂ ਸਿੰਘਾਂ ਸਿੰਘਣੀਆਂ ਭੁਜੰਗੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਵਾਏ, ਪੁੱਠੀਆਂ ਖੱਲਾਂ ਲਵਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਖੋਪਰੀਆਂ ਤਰਵਾਈਆਂ। ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਮਣ ਕੱਚਾ 16 ਸੇਰ ਦਾ ਸੀ। 20 ਸੇਰ ਦਾਣੇ ਰੋਜ਼ ਪੀਸਣ ਵਾਸਤੇ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਇਹ ਸਾਡੀ ਅਰਦਾਸ ਦੇ ਲਫ਼ਜ਼ ਨੇ ਜਿਹੜੇ ਅਸੀਂ ਅੱਜ ਕੱਟ ਬੈਠੇ ਆ। ਖੰਨੀ ਰੋਟੀ ਤੇ ਗੁਜ਼ਾਰਾ ਕੀਤਾ। ਖੰਨੀ ਰੋਟੀ ਕਹਿੰਦੇ ਨੇ ਅੱਧੇ ਨਾਲੋਂ ਅੱਧੀ, ਜਿਹਨੂੰ ਆਪਾਂ ਚੱਪਾ ਸ਼ਬਦ ਵਰਤਦੇ ਆ। 24 ਘੰਟੇ ਵਿੱਚ
ਅੱਧੀ ਨਾਲੋਂ ਅੱਧੀ ਚੱਪਾ ਪ੍ਰਸ਼ਾਦਾ, ਖੰਨਾ ਪ੍ਰਸ਼ਾਦਾ ਤੇ ਇੱਕ ਪਿਆਲਾ ਪਾਣੀ ਦਾ 24 ਘੰਟੇ ਵਿੱਚ ਉਹਨਾਂ ਬੀਬੀਆਂ ਨੂੰ ਪੀਣ ਵਾਸਤੇ ਮਿਲਦਾ ਸੀ, ਜਿਨ੍ਹਾਂ ਨੇ ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾਇਆ। ਬੱਚਿਆਂ ਦੇ ਟੋਟੇ ਵੀ ਕਰਵਾ ਕੇ ਝੋਲੀਆਂ 'ਚ ਪਵਾ ਲਏ, ਆਂਦਰਾਂ ਦੇ ਹਾਰ ਵੀ ਪਵਾ ਲਏ, ਲੇਕਿਨ ਮੁੱਖੋਂ ਸੀ ਨਹੀਂ ਉਚਾਰੀ। ਉਹ ਇਤਿਹਾਸ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਦੇ ਰੂਪ ਵਿੱਚ ਖਲੋ ਕੇ ਦੁਹਰਾਉਂਦੇ ਆ, ਤਾਂ ਜੋ ਖਾਲਸੇ ਨੂੰ ਆਪਣਾ ਇਤਿਹਾਸ ਭੁੱਲ ਨਾ ਜਾਏ। ਤੇ ਉਹਦੇ ਤੋਂ ਬਾਅਦ ਫਿਰ ਅਗਲੀ ਪੌੜੀ ਆਉਂਦੀ ਹੈ, ਗੁਰੂ ਕਾ ਸਿੱਖ ਆਪਣੇ ਗੁਰਦੁਆਰਿਆਂ ਨੂੰ ਸਿਮਰਦਾ, ਆਪਣੇ ਤਖਤਾਂ ਨੂੰ ਸਿਮਰਦਾ। ਅੱਜ ਆਪਾਂ ਇੱਕ ਤਖਤ ਤੇ ਆਏ ਹੋਏ ਆ, 5 ਤਖਤਾਂ ਵਿੱਚੋਂ ਅਬਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਇੱਕ ਤਖਤ ਹੈ। ਗੁਰੂ ਕਾ ਸਿੱਖ ਆਪਣੇ ਗੁਰਦੁਆਰਿਆਂ ਨੂੰ ਸਿਮਰਦਾ ਹੈ ਤੇ ਉਹਦੇ ਤੋਂ ਬਾਅਦ ਫਿਰ ਗੁਰੂ ਕਾ ਸਿੱਖ ਮੰਗ ਕਰਦਾ ਹੈ ਕਿ ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਇੱਕ ਮੰਗ ਹੈ, ਇੱਕ ਡਿਮਾਂਡ ਹੈ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਅਸੀਂ ਅਰਦਾਸ ਕਰ ਜਾਂਦੇ ਆ, ਅਰਦਾਸ ਕਰਦੇ ਕਰਦੇ ਅੱਗੇ ਲੰਘ ਜਾਂਦੇ ਆ, ਲੇਕਿਨ ਸ਼ਬਦਾਂ ਵੱਲ ਕਦੇ ਖਿਆਲ ਨਹੀਂ ਕੀਤਾ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਤੇ ਅਰਦਾਸ ਕੀ ਹੈ? ਅਰਦਾਸ ਜੋ ਸ਼ਬਦਾਂ ਦਾ ਮੇਲ ਹੈ। ਅਰਜ ਦਾਸਤ, ਦਾਸ ਦੀ ਅਰਜ ਆ, ਬੇਨਤੀ ਹੈ, ਜੋਦੜੀ ਹੈ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾ ਆਵੇ। ਇਹ ਸਾਰੇ ਪੰਥ ਖਾਲਸੇ ਵਾਸਤੇ ਗੁਰੂ ਕਾ ਸਿੱਖ ਅਰਦਾਸ ਕਰਦਾ, ਸੱਚੇ ਪਾਤਸ਼ਾਹ ਤੇਰੇ ਖਾਲਸੇ ਨੂੰ ਵਾਹਿਗੁਰੂ ਭੁੱਲੇ ਨਾ। ਤੇ ਜਿਸ ਸਥਾਨ ਤੇ ਆਪਾਂ ਬੈਠੇ ਆ, ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਸਾਹਿਬ ਜੀ, ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ, ਜਿਹੜੇ ਵਾਹਿਗੁਰੂ ਦਾ ਸਿਮਰਨ ਕਰਵਾਉਂਦੇ ਨੇ ਸਮੁੱਚੀਆਂ ਸੰਗਤਾਂ ਨੂੰ। ਹਰ ਰੋਜ਼ ਸਿਮਰਨ ਦੀ ਵਰਖਾ ਹੁੰਦੀ ਹੈ ਤੇ ਆਪਾਂ ਆਪਣੀਆਂ ਝੋਲੀਆਂ ਭਰਦੇ ਆ। ਅਰਦਾਸ ਹੈ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਵਿੱਚ, ਸੱਚੇ ਪਾਤਸ਼ਾਹ ਕਿਰਪਾ ਕਰਿਓ, ਮਹਾਂਪੁਰਖਾਂ ਨੂੰ ਲੰਬੀ ਆਰਜੂ ਦੇ ਰੋਗਤਾ ਤੰਦਰੁਸਤੀ ਬਖਸ਼ਿਓ ਤੇ ਇਸੇ ਤਰ੍ਹਾਂ ਸੰਗਤਾਂ ਨੂੰ ਨਾਮ ਜਪਾਉਂਦੇ ਰਹਿਣ। ਗੁਰੂ ਕਾ ਸਿੱਖ ਅਰਦਾਸ ਕਰਦਾ ਤੇਰੇ ਖਾਲਸੇ ਨੂੰ ਵਾਹਿਗੁਰੂ ਭੁੱਲੇ ਨਾ। ਤੇ ਉਹਦੇ ਤੋਂ ਬਾਅਦ ਫਿਰ ਅਗਲੀ ਮੰਗ ਆ, ਸੱਚੇ ਪਾਤਸ਼ਾਹ ਕਿਰਪਾ ਕਰਿਓ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸ਼ਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਇਹ ਸਾਡੀ ਮੰਗ ਹੈ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਕਿਰਪਾ ਕਰਿਓ, ਇਹ ਸਾਡੀ ਝੋਲੀ ਵਿੱਚ ਦਾਤਾਂ ਵੀ ਪਾ ਦਿਓ। ਫਿਰ ਸਾਡੀਆਂ ਆਪਣੀਆਂ ਪਰਸਨਲ ਮੰਗਾਂ ਸ਼ੁਰੂ ਹੁੰਦੀਆਂ ਨੇ। ਸਾਨੂੰ ਦੁੱਧ ਚਾਹੀਦਾ, ਪੁੱਤ ਚਾਹੀਦਾ, ਦੌਲਤ ਚਾਹੀਦੀ, ਸ਼ੋਹਰਤ ਚਾਹੀਦੀ ਹੈ, ਕੋਠੀਆਂ ਕਾਰਾਂ ਮਹਿਲ ਬਾੜੀਆਂ ਚਾਹੀਦੀਆਂ ਨੇ। ਇਹ ਪਾਵਨ ਬਾਣੀ ਦਾ ਫੈਸਲਾ, ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ। ਪਰ ਕਿਹਦੇ ਵਾਸਤੇ? ਇਹ ਸਾਰਿਆਂ ਵਾਸਤੇ ਲਾਗੂ ਨਹੀਂ ਜੇ। ਹੁਣ ਕਦੇ ਗੌਰ ਕਰਿਓ, ਦੁਨਿਆਵੀ ਤੌਰ ਤੇ ਇੱਕ ਔਲਾਦ ਹੋਇਆ ਕਰਦੀ ਹੈ ਲਾਇਕ, ਇੱਕ ਔਲਾਦ ਹੋਇਆ ਕਰਦੀ ਹੈ ਨਲਾਇਕ। ਤੇ ਜਿਹੜੀ ਔਲਾਦ ਨਲਾਇਕ ਹੋਵੇ, ਮਾਂ ਬਾਪ ਉਹਦੀ ਕੋਈ ਮੰਗ ਪੂਰੀ ਨਹੀਂ ਜੇ ਕਰਦੇ। ਜਿਹੜੀ ਔਲਾਦ ਲਾਇਕ ਹੋਵੇ, ਮੈਂ ਦੁਨਿਆਵੀ ਤੌਰ ਤੇ ਗੱਲ ਕਰ ਰਿਹਾ, ਜਿਹੜੀ ਔਲਾਦ ਆਪਣੇ ਮਾਂ ਬਾਪ ਦੇ ਕਹਿਣੇ ਵਿੱਚ ਹੋਵੇ, ਬੱਚਾ ਡਿਮਾਂਡ ਕਰਦਾ, ਮਾਂ ਬਾਪ ਉਹਦੀ ਮੰਗ ਉਸੇ ਵੇਲੇ ਪੂਰੀ ਕਰਦਿਆ ਕਰਦੇ ਨੇ। ਤੇ ਪ੍ਰਮਾਤਮਾ ਸਾਡਾ ਬਾਪ ਹੈ, ਸਾਡੀ ਮਾਂ ਹੈ, ਅਸੀਂ ਇਹਦੇ ਬੱਚੇ ਹਾਂ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਲੇਕਿਨ ਆਪਣੇ ਮਨਾਂ ਵਿੱਚ ਝਾਤੀ ਮਾਰਨੀ ਆ ਵੀ ਅਸੀਂ ਲਾਇਕ ਹਾਂ ਕਿ ਨਲਾਇਕ ਹਾਂ। ਜੇ ਤੇ ਹਾਂ ਲਾਇਕ, ਜੋ ਪ੍ਰਮਾਤਮਾ ਨੇ ਸਾਨੂੰ ਹੁਕਮ ਲਾਇਆ, ਹੁਕਮ ਕੀ ਹੈ? ਭਾਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲ ਕੀ ਹੈ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜਿਹੜਾ ਕਰਮ ਅਸੀਂ ਹੁਣ ਕਰ ਰਹੇ ਹਾਂ, ਇਸ ਵਾਸਤੇ ਮਨੁੱਖਾਂ ਦੇ ਹੀ ਮਿਲੀ। ਤੇ ਸੱਚੇ ਪਾਤਸ਼ਾਹ ਨੇ ਸਪਸ਼ਟ ਕਰ ਦਿੱਤਾ ਕਿ ਜਿਹੜੇ ਦੁਨਿਆਵੀ ਧੰਦੇ ਕਰਦਾ ਇਸ ਜ਼ਿੰਦਗੀ ਵਿੱਚ ਉਸ ਪ੍ਰਮਾਤਮਾ ਦੀ ਦਰਗਾਹ ਵਿੱਚ ਤੇਰੇ ਕਿਤੇ ਕੰਮ ਨਹੀਂ ਆਉਣੇ। ਸਪਸ਼ਟ ਕਰਤਾ ਸੱਚੇ ਪਾਤਸ਼ਾਹ ਮਹਾਰਾਜ ਨੇ। ਲੇਕਿਨ ਅਸੀਂ ਇਸ ਗੱਲ ਨੂੰ ਗੌਰਿਆ ਨਹੀਂ, ਪੜ੍ਹ ਤੇ ਲਿਆ, ਲੇਕਿਨ ਵਿਚਾਰਿਆ ਨਹੀਂ, ਇਹਨੂੰ ਅਪਣਾਇਆ ਨਹੀਂ, ਇਹਨੂੰ ਹਿਰਦੇ ਵਿੱਚ ਵਸਾਇਆ ਨਹੀਂ। ਕਿ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਕੀ ਨੇ? ਹੁਣ ਮਨਾਂ ਵਿੱਚ ਝਾਤੀ ਮਾਰ ਕੇ ਫੈਸਲਾ ਕਰਨਾ ਹੈ ਤੇ ਅਸੀਂ ਪ੍ਰਮਾਤਮਾ ਦੀ ਲਾਇਕ ਔਲਾਦ ਹਾਂ ਕਿ ਨਲਾਇਕ ਹਾਂ। ਜੇ ਤੇ ਹਾਂ ਲਾਇਕ, ਫਿਰ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਸੱਚ ਹੋਵੇ, ਜੋ ਮੰਗਾਂਗੇ ਪ੍ਰਾਪਤ ਹੋਵੇਗਾ। ਤੇ ਜੇ ਹਾਂ ਨਲਾਇਕ, ਅਸੀਂ ਪ੍ਰਮਾਤਮਾ ਦਾ ਕਹਿਣਾ ਨਹੀਂ ਮੰਨਿਆ, ਤੇ ਫਿਰ ਜਿੰਨੀਆਂ ਮਰਜ਼ੀ ਅਸੀਂ ਜੋਦਰੀਆਂ ਕਰੀ ਜਾਈਏ, ਅੱਡੀਆਂ ਰਗੜ ਜਾਈਏ, ਸਾਨੂੰ ਪ੍ਰਾਪਤ ਕੁਝ ਨਹੀਂ ਹੋਣਾ, ਕਿਉਂਕਿ ਅਸੀਂ ਨਲਾਇਕ ਹੋ ਗਏ। ਤੇ ਨਲਾਇਕ ਔਲਾਦ ਦੀ ਮਾਂ ਬਾਪ ਕੋਈ ਖਾਸ਼ ਪੂਰੀ ਨਹੀਂ ਕਰਿਆ ਕਰਦੇ। ਸੋ ਯਤਨ ਕਰੀਏ
ਆਪਾਂ ਲਾਇਕ ਬਣੀਏ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਜੋ ਮੰਗਾਂਗੇ ਪ੍ਰਾਪਤ ਹੋਵੇਗਾ। ਆਓ ਆਪਣੇ ਇਤਿਹਾਸ ਦੇ ਨਾਲ ਜੁੜਨ ਦਾ ਯਤਨ ਕਰੀਏ। ਆਪੋ ਆਪਣੀ ਮਨ ਵਰਤੀ ਕਰੋ ਇਕਾਗਰ। ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜੀ ਕਥਾ ਕਰ ਰਹੇ ਸਨ। ਵੈਸੇ ਵਿਚਾਰ ਤੇ ਮੇਰਾ ਹੋਰ ਪ੍ਰਸੰਗਦਾ ਸੀ, ਜਦੋਂ ਭਾਈ ਸਾਹਿਬ ਜੀ ਨੇ ਕਥਾ ਕੀਤੀ ਤੇ ਮਨ ਵਿੱਚ ਵਿਚਾਰ ਆਇਆ ਕਿ ਮੈਂ ਉਸੇ ਇਤਿਹਾਸ ਦੇ ਨਾਲ ਜੁੜ ਕੇ ਕੁਝ ਆਖ ਸਕਾਂ, ਕੁਝ ਕਹਿ ਸਕਾਂ। ਨਗਰ ਬਾਸਰ ਕੇ ਗਿੱਲਾਂ ਬਾਬਾ ਅਮਰਦਾਸ ਜੀ, ਗੁਰੂ ਪਦਵੀ ਬਾਅਦ ਵਿੱਚ ਹਾਸਲ ਹੋਈ ਹੈ। ਨਗਰ ਵਿੱਚ ਸਤਿਕਾਰ ਹੈ ਬਾਬਾ ਅਮਰਦਾਸ ਦਾ, ਤੇ ਮਨ ਵਿੱਚ ਵਿਚਾਰ ਹੈ ਮਨਾਂ ਕੋ ਧਰਮ ਦਾ ਕੰਮ ਵੀ ਕਰਨਾ ਚਾਹੀਦਾ। ਜਦੋਂ ਬੰਦੇ ਦੀ ਅੱਧੀ ਉਮਰ ਲੰਘਦੀ ਹੈ ਨਾ, ਤੇ ਬੰਦੇ ਦੇ ਮਨ ਵਿੱਚ ਇਹ ਵੀ ਭਾਵਨਾ ਬਣਨ ਲੱਗ ਪੈਂਦੀ ਹੈ, ਜਿਹੜਾ ਨਾਸਤਿਕ ਵੀ ਹੋਵੇ ਨਾ, ਉਹਦੇ ਵੀ ਮਨ ਵਿੱਚ ਵਿਚਾਰ ਆਉਣ ਲੱਗ ਪੈਂਦਾ, ਉਹ ਮਨਾ ਜ਼ਿੰਦਗੀ ਲੰਘ ਚਲੀ, ਕੋਈ ਧਰਮ ਦਾ ਕਰਮ ਤੇ ਕੀਤਾ ਹੀ ਨਹੀਂ। ਹੁਣ ਬਾਬਾ ਅਮਰਦਾਸ ਜੀ ਨੇ ਸੋਚਿਆ ਮਨਾ ਜ਼ਿੰਦਗੀ ਲੰਘਦੀ ਜਾਂਦੀ, ਕੋਈ ਧਰਮ ਦਾ ਕਰਮ ਕਰਨਾ ਚਾਹੀਦਾ ਹੈ। ਤੇ ਉਸ ਵੇਲੇ ਧਰਮ ਦਾ ਕਰਮ ਸਮਝਿਆ ਜਾਂਦਾ ਸੀ ਸੰਗ ਬਣਾਓ, ਤੀਰਥ ਯਾਤਰਾ ਕਰੋ, ਗੰਗਾ ਇਸ਼ਨਾਨ ਕਰੋ, ਪੁੰਨ ਦਾਨ ਕਰੋ, ਸਭ ਤੋਂ ਵੱਡਾ ਧਰਮ ਦਾ ਕਰਮ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ। ਹੁਣ ਗੰਗਾ ਦੇ ਕਿਨਾਰੇ ਤੇ 68 ਤੀਰਥ ਬਣੇ ਹੋਏ ਨੇ। ਸਨਾਤਨ ਮਤ ਅਨੁਸਾਰ ਉਹਨਾਂ ਦਾ ਬਹੁਤ ਮਹੱਤਵ ਮੰਨਿਆ ਗਿਆ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਨੇ ਇੱਕ ਫੈਸਲਾ ਦਿੱਤਾ ਸਾਨੂੰ। ਅਸੀਂ ਪੜ੍ਹਦੇ ਹਾਂ ਲੇਕਿਨ ਅੱਗੇ ਲੰਘ ਜਾਂਦੇ, ਛੱਡ ਦਿੰਦੇ ਆ, ਵਿਚਾਰਦੇ ਨਹੀਂ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਫੈਸਲਾ ਕਰਦੇ ਨੇ 8 60 ਤੀਰਥ ਸਗਲ ਪੁੰਨ। 8 ਤੇ 60 ਇਹ ਬਣ ਗਏ 68। ਤੇ ਅਸੀਂ ਕਦੇ ਸਹਿਜ ਦੇ ਨਾਲ ਪੜ੍ਹਿਆ ਨਹੀਂ। ਜੇ ਸਹਿਜ ਨਾਲ ਪੜਾਂਗੇ ਤਾਂ ਸਾਨੂੰ ਸਮਝ ਆਵੇਗੀ। ਅਸੀਂ ਤੇ ਕਾਹਲੀ ਨਾ ਪੜ੍ਹਦੇ 8 60 ਤੀਰਥ ਸਗਲ ਪੁੰਨ ਜੀ ਦਿਆ ਪ੍ਰਵਾਨ, ਤੇ ਸਾਨੂੰ ਸਮਝ ਕਿੱਥੋਂ ਆਵੇਗੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਨੂੰ ਹਦਾਇਤ ਕਰਦੇ ਨੇ ਕਿ ਪਾਵਨ ਬਾਣੀ ਨੂੰ ਸਹਿਜ ਦੇ ਨਾਲ ਪੜ੍ਹਨਾ ਹੈ, ਉਸ ਪ੍ਰਮਾਤਮਾ ਦੇ ਨਾਮ ਨੂੰ ਸਹਿਜ ਦੇ ਨਾਲ ਸਿਮਰਨਾ ਹੈ। ਬਾਬਾ ਕਬੀਰ ਸਾਹਿਬ ਦੀ ਪਾਵਨ ਬਾਣੀ ਆਪਾਂ ਪੜ੍ਹਦੇ ਆ, ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਹਿਜ ਦੇ ਨਾਲ ਬਾਣੀ ਪੜ੍ਹਨੀ, ਸਹਿਜ ਨਾਲ ਸਿਮਰਨ ਕਰਨਾ ਹੈ। ਲੇਕਿਨ ਆ ਸਾਨੂੰ ਬਹੁਤ ਜਲਦੀ ਹੋਇਆ ਕਰਦੀ ਹੈ ਕਿ ਛੇਤੀ ਛੇਤੀ ਨਿਤਨੇਮ ਸਮਾਪਤ ਕਰਕੇ ਤੇ ਆਪਾਂ ਆਪਣੇ ਕੰਮ ਤੇ ਜਾਣਾ, ਆਪਣੀ ਨੌਕਰੀ ਆਪਣੀ ਡਿਊਟੀ ਤੇ ਜਾਣਾ। ਇਸ ਕਰਕੇ ਸਾਡੇ ਹਿਰਦੇ ਵਿੱਚ ਬਾਣੀ ਨਹੀਂ ਵਸਦੀ। ਸੱਚੇ ਪਾਤਸ਼ਾਹ ਫੈਸਲਾ ਕਰਦੇ ਨੇ 68 ਤੀਰਥਾਂ ਦਾ ਮਹਾਤਮ ਪੁੰਨ ਤੈਨੂੰ ਪ੍ਰਾਪਤ ਹੋ ਸਕਦਾ ਹੈ। 8 60 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਤੇਰੇ ਮਨ ਵਿੱਚ ਕਿਸੇ ਜੀਵ ਵਾਸਤੇ ਦਇਆ ਆ ਜਾਏ ਨਾ, ਤੇ ਤੈਨੂੰ 68 ਤੀਰਥਾਂ ਦਾ ਮਹਾਤਮ ਪੁੰਨ ਘਰ ਬੈਠਿਆ ਪ੍ਰਾਪਤ ਹੋ ਸਕਦਾ। ਲੇਕਿਨ ਸਾਡੇ ਮਨ ਵਿੱਚ ਦਇਆ ਨਹੀਂ ਆਈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਿੱਖੀ ਦੀ ਨਹੀਂ ਦਇਆ ਤੇ ਰੱਖੀ। ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਹਾਈ ਤਾਂ ਪਾਂਡੇ ਘੱਟ। ਸਭ ਤੋਂ ਪਹਿਲਾਂ ਦਇਆ ਦਾ ਨਾਮ ਲਿਆ। ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ 5 ਪਿਆਰੇ ਸਾਹਿਬਾਨਾਂ ਦੀ ਚੋਣ ਕੀਤੀ ਹੈ, ਤੇ ਸਭ ਤੋਂ ਪਹਿਲਾਂ ਉੱਠ ਕੇ ਭਾਈ ਦਇਆ ਰਾਮ ਜੀ ਆਏ ਨੇ। ਸਿੱਖੀ ਦੀ ਨਹੀਂ ਦਇਆ ਤਾਂ ਰੱਖੀ ਹੈ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਪਾਵਨ ਮਨ ਵਿੱਚ ਖਿਆਲ ਆਇਆ ਕੋਈ ਧਰਮ ਦਾ ਕੰਮ ਕਰਨਾ ਚਾਹੀਦਾ। ਹੁਣ ਬਾਬਾ ਅਮਰਦਾਸ ਜੀ ਨੇ ਸੰਗ ਬਣਾ ਲਿਆ, ਹਰ ਸਾਲ ਜਾਣਾ ਤੇ ਜਾ ਕੇ ਗੰਗਾ ਇਸ਼ਨਾਨ ਕਰਨਾ ਤੇ ਧਰਮ ਦਾ ਕਰਮ ਕਰਦੇ ਰਹੇ। ਇੱਕ ਦਿਨ ਵਾਪਸ ਆਉਂਦੇ ਨੇ ਤੇ ਕੁਝ ਹੋਰ ਸਾਧੂ ਵੀ ਸੰਤ ਨਾਲ ਰਲ ਗਏ। ਵਾਪਸ ਆਉਂਦਿਆਂ ਸ਼ਾਮ ਦਾ ਵਕਤ ਹੋ ਗਿਆ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ, ਉਸ ਵੇਲੇ ਗੁਰੂ ਰਤਬਾ ਹਾਸਲ ਨਹੀਂ ਹੋਇਆ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਹਨਾਂ ਦੇ ਨਾਲ ਇੱਕ ਸਾਧੂ ਹੋਰ ਤੁਰਿਆ ਆਉਂਦਾ। ਸ਼ਾਮ ਦਾ ਵਕਤ ਹੋ ਗਿਆ ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਮਨ ਵਿੱਚ ਦਇਆ ਆ ਗਈ। ਕਹਿਣ ਲੱਗੇ ਰਾਤ ਦਾ ਵਕਤ ਹੋ ਚੱਲਿਆ, ਮੇਰਾ ਨਗਰ ਤੇ ਬਹੁਤ ਨਜ਼ਦੀਕ ਆ ਗਿਆ ਤੇ ਬਾਬਾ ਮੇਰੇ ਨਾਲ ਤੁਰਿਆ ਹੈ, ਕਿੱਥੇ ਜਾਏਗਾ, ਕਿੱਥੇ ਰਾਤ ਕੱਟੇਗਾ। ਕਿਉਂ ਨਾ ਇਹਨੂੰ ਬੇਨਤੀ ਕਰਾਂ ਅੱਜ ਦੀ ਰਾਤ ਇਹਦੀ ਸੇਵਾ ਪ੍ਰਸ਼ਾਦੇ ਪਾਣੀ ਦੇ ਨਾਲ ਮੈਂ ਕਰਾਂ, ਇਹਨੂੰ ਆਪਣੇ ਘਰ ਵਿੱਚ ਰਹਿਣ ਵਾਸਤੇ ਟਿਕਾਣਾ ਦੇ ਦਿਆਂ, ਦੀ ਰਾਤ ਸੌਖੀ ਨਿਕਲ ਜਾਏ। ਮਨ ਵਿੱਚ ਦਇਆ ਆ ਗਈ। ਦੋਵੇਂ ਹੱਥ ਜੋੜ ਕੇ ਬਾਬਾ ਅਮਰਦਾਸ ਜੀ ਨੇ ਆਖਿਆ, ਕਹਿਣ ਲੱਗੇ ਸਾਧੂ ਜਨ, ਹੇ ਮਹਾਤਮਾ ਜੀ ਕਿਰਪਾ ਕਰੋ, ਮੇਰੇ ਤੇ ਦਇਆ ਕਰੋ, ਮੇਰੀ ਝੋਲੀ ਵਿੱਚ ਅੱਜ ਦੀ ਰਾਤ ਦੀ ਸੇਵਾ ਪਾ ਦਿਓ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਉਸ ਰਮਤੇ ਸਾਧੂ ਨੂੰ ਨਾਲ ਲੈ ਕੇ ਜਿਵੇਂ ਆਪਣੇ ਗ੍ਰਹਿ ਵਿਖੇ ਆਣ ਕੇ ਸੇਵਾ ਕਰਦੇ ਨੇ ਤੇ ਕਿਹੜਾ ਕੌਤਕ ਵਾਪਰਦਾ। ਉਸ ਵੇਲੇ ਦਾ ਸਿੰਘ ਢਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ।
ਅਮਰਦਾਸ ਜੀ ਬੋਲਦੇ ਡੁੱਬੇ ਗੰਗਾ ਲਹਿਰੀ ਦਾ ਕਹਿੰਦੇ ਗੁਰੂ ਨਾ ਮਿਲਿਆ ਨੂਰ ਜੀ ਗੁਰੂ ਨਾ ਮਿਲਿਆ ਨੂਰ ਜੀ ਮੈਨੂੰ ਮਾਰਗ ਦਿਓ ਦਿਖਾ ਮੈਨੂੰ ਮਾਰਗ ਦਿਓ ਦਿਖਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸ਼ਵਰਨ ਸਿੰਘ ਜੀ ਮਹੇੜੂ ਸਾਹਿਬ ਮੇਰੇ ਉਸਤਾਦ ਜੀ ਜਿੱਥੇ ਬਹੁਤ ਸਾਰੀਆਂ ਅਸੀਸਾਂ ਦੇ ਕੇ ਨਵਾਜ ਕੇ ਗਏ ਨੇ, ਬਹੁਤ ਸਾਰਾ ਸਤਿਕਾਰ ਕਰਕੇ ਗਏ ਨੇ, ਉਥੇ ਨਾਲ ਨਾਲ ਇਸ਼ਾਰਾ ਕਰਕੇ ਗਏ ਨੇ ਇਹ ਸਮਾਂ ਥੋੜਾ ਜਿਹਾ ਤੁਹਾਡਾ ਘਟਾਇਆ ਗਿਆ ਹੈ ਕਿਉਂਕਿ ਨੌਜਵਾਨ ਬੱਚਿਆਂ ਦਾ ਢਾਡੀ ਜੱਥਾ ਸਟੇਜ ਤੇ ਸ਼ੋਭਾਇਮਾਨ ਹੈ, ਨੱਥੂ ਚਾਲ ਵਾਲਾ ਢਾਡੀ ਜੱਥਾ, ਉਹਨਾਂ ਨੇ ਵੀ ਆਪ ਜੀ ਦੀ ਸੇਵਾ ਕਰਨੀ। ਮੈਂ ਇੱਕ ਦੋ ਵੰਨਗੀਆਂ ਜਲਦੀ ਜਲਦੀ ਨੇੜੇ ਕਰਕੇ ਆਪ ਜੀ ਦੇ ਨਾਲ ਸਾਂਝੀਆਂ ਕਰਕੇ ਤੇ ਆਪ ਜੀ ਦੇ ਕੋਲੋਂ ਖਿਮਤ ਜਾਚਕ ਹੋ ਜਾਣਾ। ਇਤਿਹਾਸ ਬਹੁਤ ਲੰਮੇਰਾ ਹੈ। ਜਿਵੇਂ ਜਿਵੇਂ ਪ੍ਰਬੰਧਕ ਵੀਰਾਂ ਦਾ ਸਤਿਕਾਰਯੋਗ ਬਾਬਾ ਜੀ ਦਾ ਹੁਕਮ ਹੋਵੇਗਾ, ਉਸਤਾਦ ਜੀ ਦਾ ਹੁਕਮ ਹੋਵੇਗਾ, ਫਿਰ ਸ਼ਾਮ ਦੇ ਦੀਵਾਨਾਂ ਵਿੱਚ ਜਾਂ ਕੱਲ ਦੇ ਦੀਵਾਨਾਂ ਵਿੱਚ ਆਪ ਜੀ ਦੀ ਸੇਵਾ ਵਿੱਚ ਇਸ ਤੋਂ ਅਗਲੀ ਦਾਸਤਾਨ ਜਿੱਥੇ ਪ੍ਰਸੰਗ ਛੱਡਾਂਗਾ ਉੱਥੋਂ ਸ਼ੁਰੂ ਕਰਕੇ ਅਗਲੀ ਦਾਸਤਾਨ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ। ਆਓ ਮੈਂ ਬੇਨਤੀ ਕਰ ਰਿਹਾ ਸਾਂ ਕਿ ਬਾਬਾ ਅਮਰਦਾਸ ਜੀ ਨੇ ਉਸ ਸਾਧੂ ਨੂੰ ਆਪਣੇ ਘਰੇ ਲਿਆਂਦਾ, ਬੜੇ ਸਤਿਕਾਰ ਦੇ ਨਾਲ ਚਰਨ ਧਵਾਏ ਨੇ, ਬਿਸਤਰਾ ਵਿਛਾ ਦਿੱਤਾ, ਬਿਰਾਜਮਾਨ ਕਰਵਾ ਦਿੱਤਾ ਤੇ ਆਪ ਆਪਣੇ ਹੱਥੀਂ ਸੇਵਾ ਕਰਦਿਆਂ ਹੋਇਆ ਪ੍ਰਸ਼ਾਦਾ ਛਕਾਇਆ। ਕਹਿਣ ਲੱਗੇ ਬਾਬਾ ਜੀ ਪ੍ਰਸ਼ਾਦਾ ਛਕੋ। ਜਦੋਂ ਏਡੀ ਭਾਵਨਾ ਵੇਖੀ ਪ੍ਰਸ਼ਾਦਾ ਛਕਿਆ, ਉਸ ਸਾਧੂ ਨੇ ਪੁੱਛਿਆ, ਲਾਗੇ ਮੰਜਾ ਡਾਇਆ ਹੋਇਆ ਬਾਬਾ ਅਮਰਦਾਸ ਜੀ ਨੇ ਆਪਣਾ ਵੀ, ਤੇ ਸਾਧੂ ਨੇ ਪੁੱਛ ਲਿਆ, ਕਹਿਣ ਲੱਗੇ ਬਾਬਾ ਜੀ ਬਹੁਤ ਸੇਵਾ ਕੀਤੀ ਹੈ ਤੁਸੀਂ ਭਾਵਨਾ ਦੇ ਨਾਲ, ਮੈਨੂੰ ਦੱਸੋ ਤੁਹਾਡਾ ਗੁਰੂ ਕਿਹੜਾ ਜਿਹਨੇ ਏਡੀ ਵੱਡੀ ਸਿੱਖਿਆ ਦਿੱਤੀ ਹੈ ਤੇ ਇੰਨੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ, ਇੰਨੀ ਭਾਵਨਾ ਦੇ ਨਾਲ ਪ੍ਰਸ਼ਾਦਾ ਲੰਗਰ ਛਕਾਇਆ। ਜਿਸ ਸਥਾਨ ਤੇ ਆਪਾਂ ਬੈਠੇ ਹਾਂ ਗੁਰਦੁਆਰਾ ਸਾਹਿਬ ਦਾ ਨਾਮ ਹੀ ਲੰਗਰ ਸਾਹਿਬ ਹੈ, ਜਿੱਥੇ ਭੁੱਖੇ ਢਿੱਡ ਨੂੰ ਤ੍ਰਿਪਤ ਕਰਨ ਵਾਸਤੇ ਸਾਨੂੰ ਲੰਗਰ ਮਿਲਦਾ ਤੇ ਲੰਗਰ ਵੀ ਇਹੋ ਜਿਹਾ ਮਿਲਦਾ ਜਿਹਦੇ ਨਾਲ ਛਕਦਿਆਂ ਛਕਦਿਆਂ ਸਾਡੀ ਆਤਮਾ ਨਿਰਮਲ ਹੋ ਜਾਂਦੀ ਹੈ, ਸਾਡਾ ਮਨ ਆਪਣੇ ਆਪ ਯਤਨ ਕਰਦਾ ਹੈ ਤੇ ਜਦੋਂ ਬੁਰਕੀ ਮੂੰਹ ਵਿੱਚ ਪਾਈਏ ਤੇ ਨਾਲ ਵਾਹਿਗੁਰੂ ਜ਼ਰੂਰ ਆਖੀਏ। ਗੁਰਦੁਆਰਾ ਲੰਗਰ ਸਾਹਿਬ ਆਏ ਹੋਏ ਆ, ਬਾਬਾ ਜੀ ਵਾਹਿਗੁਰੂ ਦਾ ਲੰਗਰ ਵੀ ਨਾਲ ਨਾਲ ਚਲਾ ਰਹੇ ਨੇ। ਦੋਵੇਂ ਤਰ੍ਹਾਂ ਦਾ ਲੰਗਰ ਚੱਲਦਾ ਹੈ, ਇੱਕ ਲੰਗਰ ਜਿਹਦੇ ਨਾਲ ਸਾਡੇ ਪੇਟ ਦੀ ਭੁੱਖ-ਸ਼ਾਂਤ ਹੁੰਦੀ ਹੈ ਤੇ ਦੂਸਰਾ ਲੰਗਰ ਸਿਮਰਨ ਦਾ ਲੰਗਰ ਜਿਹਦੇ ਨਾਲ ਸਾਡੀ ਆਤਮਾ ਦੀ ਭੁੱਖ-ਸ਼ਾਂਤ ਹੁੰਦੀ ਹੈ। ਕਹਿਣ ਲੱਗੇ ਬੜੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ, ਭਾਵਨਾ ਦੇ ਨਾਲ ਲੰਗਰ ਛਕਾਇਆ, ਤੁਹਾਡਾ ਗੁਰੂ ਕਿਹੜਾ ਹੈ? ਹੁਣ ਬਾਬਾ ਅਮਰਦਾਸ ਜੀ ਸੋਚੀ ਪੈ ਗਏ, ਮਨਾ ਗੁਰੂ ਤੇ ਧਾਰਨ ਕੋਈ ਨਹੀਂ ਕੀਤਾ, ਬਾਣੀ ਦਾ ਫੈਸਲਾ ਨਗੁਰੇ ਕਾ ਹੈ ਨਾਉ ਬੁਰਾ, ਨਗੁਰੇ ਦਾ ਤੇ ਨਾਂ ਲੈਣਾ ਵੀ ਮਾੜਾ ਹੈ, ਮਨਾ ਗੁਰੂ ਦੇ ਧਾਰਨ ਕੋਈ ਨਹੀਂ ਕੀਤਾ। ਕਹਿਣ ਲੱਗੇ ਬਾਬਾ ਜੀ ਅਜੇ ਤੱਕ ਮੈਂ ਗੁਰੂ ਧਾਰਨ ਨਹੀਂ ਕੀਤਾ, ਜ਼ਿੰਦਗੀ ਦੇ 6 ਦਹਾਕੇ ਗੁਜ਼ਰ ਚੁੱਕੇ ਨੇ ਤੇ ਸਾਧੂ ਲੋਹਾ ਲਾਖਾ ਹੋ ਗਿਆ। ਕਹਿੰਦਾ ਮੇਰਾ ਸਾਰਾ ਜਪ ਤਪ ਕੀਤਾ ਹੋਇਆ ਸਾਰਾ ਹੀ ਨਸ਼ਟ ਹੋ ਗਿਆ, ਜਿੰਨੀ ਤੀਰਥ ਯਾਤਰਾ ਕੀਤੀ ਸਾਰੀ ਨਸ਼ਟ ਹੋ ਗਈ, ਕਿਉਂਕਿ ਮੈਂ ਨਗੁਰੇ ਦੇ ਹੱਥੋਂ ਜਲ ਛਕ ਲਿਆ, ਪ੍ਰਸ਼ਾਦਾ ਛਕ ਲਿਆ। ਉਸੇ ਵੇਲੇ ਉੱਠ ਕੇ ਤਿਆਰ ਹੋ ਗਿਆ, ਕਹਿਣ ਲੱਗਾ ਮੈਂ ਤੁਹਾਡੇ ਘਰ ਨਹੀਂ ਰਹਿ ਸਕਦਾ, ਤੁਸੀਂ ਤਾਂ ਗੁਰੂ ਧਾਰਨ ਕੋਈ ਨਹੀਂ ਕੀਤਾ, ਤੁਸੀਂ ਨਗੁਰੇ ਹੋ। ਮਨ ਨੂੰ ਸੱਟ ਵੱਜੀ ਆ, ਭਾਵਨਾ ਨਿਰਮਲ ਹੈ, ਹਿਰਦਾ ਸ਼ੁੱਧ ਹੈ, ਸੱਟ ਵੱਜੀ ਆ ਮਨ ਨੂੰ। ਤੇ ਹੁਣ ਸੱਚਾ ਗੁਰੂ ਕਿੱਥੋਂ ਮਿਲੇ? ਤੇ ਉਸ ਵੇਲੇ ਬਨੌਟੀ ਗੁਰੂ ਬੜੇ ਤੁਰੇ ਫਿਰਦੇ ਸਨ ਥਾਂ ਥਾਂ, ਅੱਜ ਵਾਂਗ ਅੱਜ ਵੀ ਬੜੇ ਬਨੌਟੀ ਗੁਰੂ ਤੁਰੇ ਫਿਰਦੇ ਨੇ। ਮੈਂ ਇਸ ਪਾਸੇ ਨਾ ਜਾਵਾਂ ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਸਤਿਕਾਰਯੋਗ ਉਸਤਾਦ ਜੀ ਕਹਿੰਦੇ ਵੀ 11:30 ਵਜੇ ਤੱਕ ਤੁਸੀਂ ਨੇ ਸਮਾਪਤੀ ਕਰ ਦੇਣੀ ਹੈ। ਮੈਂ ਇੱਕ ਵੰਨਗੀ ਹੋਰ ਕਹਿ ਕੇ ਤੇ ਆਪ ਜੀ ਦੇ ਕੋਲੋਂ ਖਿਮਤ ਜਾਚਕ ਹੋ ਜਾਣਾ। ਹੁਣ ਬੜੇ ਬਨੌਟੀ ਬੜੇ ਨਕਲੀ ਗੁਰੂ ਤੁਰੇ ਫਿਰਦੇ ਸਨ ਤੇ ਹੁਣ ਬਾਬਾ ਅਮਰਦਾਸ ਜੀ ਚਾਹੁੰਦੇ ਨੇ ਕੋਈ ਸੱਚਾ ਗੁਰੂ ਮਿਲ ਜਾਏ ਜਿਹੜਾ ਮੈਨੂੰ ਸੱਚ ਦਾ ਮਾਰਗ ਦੱਸ ਦੇ, ਉਸ ਪ੍ਰਮਾਤਮਾ ਦੇ ਦਰ ਘਰ ਨੂੰ ਜਿਹੜਾ ਰਸਤਾ ਜਾਂਦਾ ਮੈਨੂੰ ਉਸ ਰਸਤੇ ਤੇ ਪਾ ਦੇ। ਹੁਣ ਬੜੀ ਭਾਲ ਕੀਤੀ ਹੈ, ਕੋਈ ਸੱਚਾ ਗੁਰੂ ਨਹੀਂ ਮਿਲਿਆ, ਕਿਤੋਂ ਤ੍ਰਿਪਤੀ ਨਹੀਂ ਹੋਈ। ਹੁਣ ਮਨ ਨੂੰ ਚਟਪਟੀ ਲੱਗੀ ਹੋਈ ਹੈ, ਨਾ ਦਿਨੇ ਚੈਨ ਆਉਂਦਾ ਨਾ ਰਾਤ ਨੂੰ ਨੀਂਦ ਆਉਂਦੀ ਹੈ। ਸੋਚਦੇ ਰਹਿੰਦੇ ਨੇ ਕਿ ਮਨਾ ਕਦੋਂ ਸੱਚਾ ਗੁਰੂ ਮਿਲੇ।
कदों मैनूं गुरु का मिलाप होवे। ते अज रात नूं छत के उपर मंजा डाया होया। साडे घरां दा आम रिवाज सी, अजकल AC लग गए, कूलर आ गए, पखे आ गए। उस वेले छत नहीं सन, आम तौर पर छत्तां ते सोया जांदा सी। छत ते मंजा डाया होया ते सारी रात तारे गिनदियां लंघ गई है। अमृत वेला हो गया ते अमृत वेले बीबी अमरो जी गुरु अंगद देव पातशाह महाराज जिन्हां दे पावन पुत्र स्थान तो भाई महताब सिंह जी आप जी नाल सांझ पा के गए ने, खडूर साहब की धरती। गुरु अंगद देव पातशाह महाराज की सुपुत्री बीबी अमरो भाई जस्सू जी दे नाल विआहे होए ने ते भाई जस्सू जी बाबा अमरदास के रिश्ते विचों भतीजे लगते हैं। ते गुरु अमरदास पातशाह महाराज की भतीज नो बीबी अमरो अमृत वेले उठे ने। साडे घरां दा एक रिवाज सी, जिन्ने उपकरण आ गए ने साडे कोलों उन्होंने बड़ा कुछ खो लिया। जिथे सहूलतां दित्तियां ने साडे कोलों खोया भी बड़ा कुछ है। अमृत वेला होया करदा सी, साडे घरां विच साडीआं बीबियां भैणां मातावां उठदियां सन। अमृत वेले दही विच मधाणी पाया करदियां सन ते हत्थीं दही नूं रिड़किया करदियां सन, जिन्हों आपां दुध रिड़कना कहने आ। मक्खण प्राप्त करदियां सन। अमृत वेले उठ के बीबियां दही रिड़किया करदियां सन ते जिस बीबी नूं आसा दी वार दा पाठ याद होना उहदे नाल नाल आसा दी वार दा गायन करना दुध रिड़कदिया होया। ते जिस बीबी नूं जपजी साहब याद उन्हें जपजी साहब पढ़ना, जिस बीबी नूं मूल मंत्र याद उन्हें मूल मंत्र पढ़ना, ते जिस बीबी नूं कुछ भी नहीं सी आउंदा वो वाहिगुरू वाहिगुरू जरूर उचारदी होया करदी सी। अमृत वेले दुध रिड़कदिया ते चुल्हे विच अग बालनी साडियां बीबियां भैणां मातावां ने पहला वाहिगुरू कहना, तवे तो फुलका पाउणा पहला वाहिगुरू कहना ते उस फुलके विच अमृत वर्गा रास होया करदा सी। अज साडी तृप्ति क्यों नहीं हुंदी, रस क्यों नहीं आउंदा? अज तो साडियां बीबियां भैणां मातावां बैठियां ने, माफ कर दिओ मैनूं गुस्सा ना करिओ, प्रसादा पकाउण लग्या भी सिर ते चुन्नी नहीं लैंदियां ते साडे कोलों बड़ा कुछ खो लिया, जिवें नवें उपकरण आ गए ने। सानू सहूलतां तो बड़ियां मिल गई लेकिन खोया भी बड़ा कुछ है। अमृत वेले बीबी अमरो जी उठे ने, दही विच मधाणी पाई है ते अज बाबा अमरदास जी छत ते लेटे हुए ने, मन में सोच रहे ने सच्चा गुरु कित्थों मिले। ते अज अमृत वेले उठ के बीबी अमरो ने दही विच मधाणी पाई है, दही नूं रिड़कना शुरू किया ते नाल पानी का जाप शुरू कर दिता। बलिहारी गुरे अपने दिओ हारी सदवार, जन मानस ते देर ते गई है करतना लागी वार। जे 100 चंदा उगदा सूरज 1000 किते चानण होंदिया गुरबिन घोर अंधार। अगर बीबी अमरो जी बाणी पढ़ रहे हैं तो बाबा अमरदास जी के कन्ना विच इस बाणी की आवाज़ जिवें पै रही है, उस वेले दा सीन तुहाडी जथा आप जी की सेवा विच है।
ਸਮਾਂ 7-8 ਮਿੰਟ ਦਾ ਬਾਕੀ ਰਹਿ ਗਿਆ। ਸਮੇਂ ਵਿੱਚ ਰਹਿ ਕੇ ਇਤਿਹਾਸ ਨੂੰ ਥੋੜਾ ਜਿਹਾ ਨੇੜੇ ਕਰਕੇ ਇੱਕ ਵੰਨਗੀ ਮੈਂ ਆਪ ਜੀ ਨਾਲ ਸਾਂਝੀ ਕਰਕੇ ਤੇ ਖਿਮਤ ਜਾਚਕ ਹੋ ਜਾਣਾ। ਬਹੁਤ ਸਾਰਾ ਮਾਨ ਸਨਮਾਨ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ, ਮਾਤਾਵਾਂ ਵੱਲੋਂ, ਭੈਣਾਂ ਵੱਲੋਂ, ਵੀਰਾਂ ਵੱਲੋਂ, ਬਜ਼ੁਰਗਾਂ ਵੱਲੋਂ, ਸਤਿਕਾਰਯੋਗ ਉਸਤਾਦ ਜੀ ਭਾਈ ਸਵਰਨ ਸਿੰਘ ਜੀ ਮਹਿਰੂ ਸਾਹਿਬ ਵੱਲੋਂ, ਨੱਥੂ ਚਾਲ ਤੋਂ ਆਈ ਹੋਈ ਸਾਧ ਸੰਗਤ ਵੱਲੋਂ ਬਹੁਤ ਸਾਰਾ ਸਤਿਕਾਰ, ਸਰਦਾਰ ਸੁਖਦੇਵ ਸਿੰਘ ਜੀ ਬੇਗਪੁਰ ਦਸੂਹਾ ਤੋਂ ਉਹਨਾਂ ਵੱਲੋਂ ਸਤਿਕਾਰ, ਸਰਪੰਚ ਸਾਹਿਬ ਸਰਦਾਰ ਹਰਪਿੰਦਰ ਸਿੰਘ ਜੀ ਬੇਗਪੁਰ ਤੋਂ ਉਹਨਾਂ ਵੱਲੋਂ ਮਾਨ ਸਨਮਾਨ, ਔਰ ਸਤਿਕਾਰਯੋਗ ਸਰਦਾਰ ਨਵਜੋਤ ਸਿੰਘ ਜੀ ਮਿੱਠੜਾ ਸਿੰਘ ਪ੍ਰੋਡਕਸ਼ਨ ਵਾਲੇ ਜਿਹੜੇ ਲਾਈਵ ਪ੍ਰੋਗਰਾਮ ਚਲਾ ਰਹੇ ਨੇ ਉਹਨਾਂ ਵੱਲੋਂ ਬਹੁਤ ਸਾਰਾ ਸਨਮਾਨ ਆਇਆ। ਸਤਿਗੁਰ ਪਾਤਸ਼ਾਹ ਕਿਰਪਾ ਕਰਨ, ਚੜ੍ਹਦੀ ਕਲਾ, ਨਾਮ ਦੀ ਦਾਤ, ਹਰ ਮੈਦਾਨ ਫਤਿਹ ਰੱਖਣ, ਖਜ਼ਾਨੇ ਭਰਪੂਰ ਕਰਨ। ਆਓ ਮੈਂ ਬੇਨਤੀ ਕਰ ਰਿਹਾ ਸਾਂ ਕਿ ਬੀਬੀ ਅਮਰੋ ਜੀ ਗੁਰਬਾਣੀ ਦਾ ਜਾਪ ਕਰਨ, ਸਾਡਾ ਹਿਰਦਾ ਸ਼ੁੱਧ ਹੋਵੇ ਨਾ, ਸਾਡੇ ਮਨ ਵਿੱਚ ਭਾਵਨਾ ਹੋਵੇ, ਜੇ ਲੱਭਣ ਤੁਰੀਏ ਤਾਂ ਸਾਨੂੰ ਪ੍ਰਮਾਤਮਾ ਵੀ ਮਿਲ ਸਕਦਾ। ਲੇਕਿਨ ਅਸੀਂ ਭਾਵਨਾ ਦੇ ਨਾਲ ਪ੍ਰਮਾਤਮਾ ਨੂੰ ਲੱਭਦੇ ਨਹੀਂ। ਜਦੋਂ ਮਨ ਕਰਕੇ ਭਾਵਨਾ ਦੇ ਨਾਲ ਪ੍ਰਮਾਤਮਾ ਨੂੰ ਲੱਭਾਂਗੇ ਤਾਂ ਪ੍ਰਮਾਤਮਾ ਦੂਰ ਨਹੀਂ। ਬਾਣੀ ਕਹਿੰਦੀ ਹੈ ਪ੍ਰਮਾਤਮਾ ਤੇ ਜਿੰਨੀ ਦੂਰ ਸਾਡਾ ਹੱਥ ਹੈ ਏਡੀ ਦੂਰ ਹੀ ਹੈ। ਕਹਿ ਰਵਿਦਾਸ ਹੱਥ ਤਾਂ ਨੇੜੇ ਸਾਜੇ ਹੋਏ ਸੋ ਹੋਈ। ਇਹ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਤੇਰੇ ਅੰਦਰ ਵਸਿਆ ਹੋਇਆ, ਵਸਿਆ ਰੱਬ ਹਰਿਆਲੀ ਹੈ, ਉਹ ਤਾਂ ਤੇਰੇ ਅੰਦਰ ਹੈ, ਤੂੰ ਬਾਹਰ ਲੱਭਦਾ ਫਿਰਦਾ ਹੈ। ਰੱਬ ਕਿਤੇ ਦੂਰ ਨਹੀਂ, ਰੱਬ ਹਮੇਸ਼ਾ ਸਾਡੇ ਨਾਲ ਹੈ, ਗੁਰੂ ਸਾਡੇ ਨਾਲ ਹੈ। ਗੁਰੂ ਮੇਰੇ ਸੰਗ ਸਦਾ ਨਾਲ, ਸਦਾ ਅੰਗ ਸੰਗੇ। ਤੇ ਲੇਕਿਨ ਅਸੀਂ ਬਾਹਰ ਲੱਭਣ ਜਾਂਦੇ ਆ। ਹੁਣ ਬਾਬਾ ਅਮਰਦਾਸ ਦੇ ਕੰਨਾਂ ਵਿੱਚ ਜਦੋਂ ਮਿੱਠੀ ਬਾਣੀ ਦੀ ਆਵਾਜ਼ ਪਈ ਹੈ, ਇੱਕਦਮ ਉੱਠ ਕੇ ਬਹਿ ਕੇ ਚੌਂਕੜਾ ਮਾਰਿਆ, ਕਹਿਣ ਲੱਗੇ ਆਵਾਜ਼ ਕਿੱਧਰੋਂ ਆ ਰਹੀ ਹੈ। ਜਦੋਂ ਗੌਰ ਨਾਲ ਸੁਣਿਆ ਤੇ ਆਵਾਜ਼ ਤੇ ਆਪਣੇ ਘਰ ਵਿੱਚੋਂ ਆ ਰਹੀ ਹੈ। ਕੋਠੇ ਦੀ ਛੱਤ ਤੋਂ ਥੱਲੇ ਉਤਰੇ ਨੇ, ਕੰਨ ਲਾ ਕੇ ਸੁਣਿਆ। ਜਿਸ ਕਮਰੇ ਵਿੱਚ ਬੈਠੇ ਬੀਬੀ ਅਮਰੋ ਜੀ ਦੁੱਧ ਰਿੜਕ ਰਹੇ ਸਨ, ਉਸ ਕਮਰੇ ਦੇ ਲਾਗੇ ਜਾ ਕੇ ਖਲੋ ਗਏ, ਟੰਕ ਨਾਲ ਢਾਸਣਾ ਲਾ ਲਈ। ਬੀਬੀ ਅਮਰੋ ਇੱਕ ਰਸ ਹੋ ਕੇ ਆਸਾ ਦੀ ਵਾਰ ਦਾ ਗਾਇਨ ਕਰਦੇ ਜਾ ਰਹੇ ਨੇ। ਤੇ ਜਿਹੜੇ ਆਸਾ ਦੀ ਵਾਰ ਦਾ ਗਾਇਨ ਬਾਣੀ ਸ਼ਰਵਣ ਕਰਦੇ ਜਾ ਰਹੇ ਨੇ ਬਾਬਾ ਅਮਰਦਾਸ, ਮਨ ਸ਼ਾਂਤ ਹੁੰਦਾ ਜਾ ਰਿਹਾ, ਮਨ ਨੂੰ ਤ੍ਰਿਪਤੀ ਆਉਂਦੀ ਜਾ ਰਹੀ ਹੈ। ਤੇ ਜਿਸ ਵੇਲੇ ਦੁੱਧ ਰਿੜਕੇ ਹਟੇ ਨੇ, ਬੀਬੀ ਅਮਰੋ ਜੀ ਉੱਠ ਕੇ ਬਾਹਰ ਆਏ ਤੇ ਬਾਬਾ ਅਮਰਦਾਸ ਜੀ ਬਾਹਰ ਖੜੇ ਨੇ, ਚਰਨਾਂ ਨੂੰ ਹੱਥ ਲਾਇਆ। ਸਹੁਰੇ ਦੇ ਭਰਾਤਾ ਜੀ ਨੇ, ਪਿਤਾ ਸ਼ਮਾਨ ਨੇ, ਪਿਤਾ ਜੀ ਨੇ ਚਰਨਾਂ ਨੂੰ ਹੱਥ ਲਾਇਆ। ਲੇਕਿਨ ਬਾਬਾ ਅਮਰਦਾਸ ਜੀ ਨੇ ਚਰਨ ਪਿਛਾਂਹ ਕਰ ਲਏ, ਸਿਰ ਤੇ ਹੱਥ ਰੱਖਿਆ, ਕਹਿਣ ਲੱਗੇ ਬੇਟਾ ਆ ਦੁੱਧ ਰਿੜਕਦੀ ਹੋਈ ਜਿਹੜੀ ਬਾਣੀ ਪੜ੍ਹ ਰਹੀ ਸੀ, ਇਹ ਬਾਣੀ ਕਿਹਦੀ ਉਚਾਰੀ ਹੋਈ ਹੈ, ਮੈਨੂੰ ਦੱਸ, ਮੈਂ ਉਹਦੇ ਦਰਸ਼ਨ ਕਰਨੇ ਚਾਹੁੰਦਾ। ਬਾਬਾ ਅਮਰਦਾਸ ਜੀ ਨੇ ਸਵਾਲ ਕੀਤਾ ਤੇ ਜਿਹੜਾ ਜਵਾਬ ਬੀਬੀ ਅਮਰੋ ਜੀ ਨੇ ਦਿੱਤਾ, ਉਸ ਜਵਾਬ ਦਾ ਵਰਣਨ ਦੱਸਦਾ ਤੁਹਾਡੀ ਜਥਾ ਆਪ ਜੀ ਦੀ ਸੇਵਾ ਵਿੱਚ ਹੈ।
ਭੇਜੀ ਭੁੱਲੇ ਭਟਕਿਆਂ ਨੂੰ ਰਾਹੇ ਪਾਉਂਦੀ ਏ। ਬਾਣੀ ਦੁੱਧ ਦੇਵੇ, ਬਾਣੀ ਪੁੱਤ ਦੇਵੇ, ਬਾਣੀ ਦੌਲਤਾਂ ਨਾਲ ਰਜਾਉਂਦੀ ਏ। ਬਾਣੀ ਕੌੜਿਓ ਰੀਠਿਆ ਕਰੇ ਮਿੱਠਾ, ਬਾਣੀ ਠੱਗਾਂ ਨੂੰ ਸੱਜਣ ਬਣਾਉਂਦੀ ਏ। ਜਿਹੜਾ ਦਿਲਬਰਾ ਇਸ ਦਾ ਜਾਪ ਕਰਦਾ ਉਹਨੂੰ ਭਵਜਲੋਂ ਪਾਰ ਲੰਘਾਉਂਦੀ ਏ। ਸ਼ਾਇਰ ਕਹਿੰਦਾ ਤਾਕਤ ਵਿੱਚ ਗੁਰਬਾਣੀ ਦੇ ਬਹੁਤ ਵੱਡੀ, ਜੇਕਰ ਸੱਜਣੋ ਸਾਨੂੰ ਕਿਆਸ ਹੋਵੇ। ਕਿਆਸ ਕਹਿੰਦੇ ਸਾਨੂੰ ਇਸ ਗੱਲ ਦਾ ਇਲਮ ਹੋਵੇ, ਅਹਿਸਾਸ ਹੋਵੇ, ਸਾਨੂੰ ਪਤਾ ਹੋਵੇ ਕਿ ਬਾਣੀ ਵਿੱਚ ਕਿੰਨੀ ਕੁ ਸਮਰੱਥਾ ਤੇ ਕਿੰਨੀ ਕੁ ਤਾਕਤ ਹੈ। ਸ਼ਾਇਰ ਕਹਿੰਦਾ ਤਾਕਤ ਵਿੱਚ ਗੁਰਬਾਣੀ ਦੇ ਬਹੁਤ ਵੱਡੀ, ਜੇਕਰ ਸੱਜਣੋ ਸਾਨੂੰ ਕਿਆਸ ਹੋਵੇ। ਜਿਹੜਾ ਕੰਮ ਕਰੀਏ ਇਹਦੀ ਓਟ ਲੈ ਕੇ ਅਚਨਚੇਤ ਹੀ ਕਾਰਜ ਉਹ ਰਾਸ ਹੋਵੇ। ਰੱਬ ਰਵਾਂਗਰਾ ਮਾਰ ਕੇ ਦੱਸ ਦਈਏ, ਸੱਚਖੰਡ ਜੇ ਜਾਣ ਦੀ ਆਸ ਹੋਵੇ। ਅੱਖਰ ਅੱਖਰ ਵਿੱਚ ਸ੍ਰੀ ਗੁਰੂ ਗ੍ਰੰਥ ਜੀ ਦੇ ਨਿਰੰਕਾਰ ਦਾ ਮਾਨੋ ਨਿਵਾਸ ਹੋਵੇ। ਜਿੰਨ ਭੂਤ ਪ੍ਰੇਤ ਦੀ ਥਾਂ ਕੋਈ ਨਾ। ਆਪਾਂ ਸਾਰੇ ਟ੍ਰੇਨ ਵਿੱਚ ਸਫ਼ਰ ਕਰਕੇ ਆਏ ਨਾ, ਤੇ ਉਹਦੇ ਵਿੱਚ ਛੋਟੇ ਛੋਟੇ ਪੰਫਲੇਟ ਤੁਸੀਂ ਲੱਗੇ ਵੇਖੇ ਹੋਣੇ ਨੇ, ਜਿਹੜੇ ਉੱਪਰ ਲਿਖਿਆ ਹੋਇਆ ਤੇ ਕਾਲੇ ਜਾਦੂ ਦਾ ਤੋੜ ਸਾਡੇ ਕੋਲ ਹੈ। ਕਾਲੇ ਇਲਮ ਦੇ ਨਾਲ ਸਾਡੇ ਅਸੀਂ ਕਾਰਜ ਰਾਸ ਕਰ ਸਕਦੇ ਹਾਂ। ਅਸੀਂ ਕੀਤੇ ਕਿਰਾਏ ਦਾ ਇਲਾਜ, ਬੜੇ ਖਾਸ ਕਰਕੇ ਟ੍ਰੇਨਾਂ ਵਿੱਚ ਬੜੇ ਛੋਟੇ ਛੋਟੇ ਪੰਫਲੇਟ ਲੱਗੇ ਹੋਏ ਨੇ। ਤੇ ਕਾਲਾ ਜਾਦੂ ਆਖਰਕਾਰ ਹੈ ਕੀ ਹੈ? ਜਦੋਂ ਬੰਦਾ ਹਨੇਰੇ ਵਿੱਚ ਵਿਚਰਦਾ ਨੂੰ ਠੋਕਰਾਂ ਵੱਜਦੀਆਂ ਨੇ, ਤੇ ਜਦੋਂ ਚਾਨਣ ਹੋਵੇਗਾ ਤੇ ਸਾਨੂੰ ਠੇਡਾ ਨਹੀਂ ਵੱਜਦਾ, ਠੋਕਰ ਨਹੀਂ ਵੱਜਦੀ। ਹਨੇਰੇ ਵਿੱਚ ਵਿਚਰਦੇ ਹੋਏ ਠੋਕਰਾਂ ਵੱਜਦੀਆਂ ਨੇ। ਤੇ ਜੇ ਕਾਲਾ ਜਾਦੂ ਹੈ ਤੇ ਇਹਦਾ ਮਤਲਬ ਚਿੱਟਾ ਜਾਦੂ ਵੀ ਕੋਈ ਨਾ ਕੋਈ ਜ਼ਰੂਰ ਹੋਵੇਗਾ। ਹੁਣ ਕਾਲਾ ਜਾਦੂ ਤੇ ਅਸੀਂ ਬੜੀ ਛੇਤੀ ਮੰਨ ਲਿਆ, ਚਿੱਟਾ ਜਾਦੂ ਕਿਹੜਾ ਅਸੀਂ ਪਛਾਣਿਆ ਨਹੀਂ। ਚਿੱਟਾ ਜਾਦੂ ਕਿਹੜਾ? ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਫਰਮਾਨ ਕਰਦੀ ਹੈ, ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸਿਆ ਮਨ ਆਏ। ਕੱਲਾ ਹਿੰਦੁਸਤਾਨ ਵਾਸਤੇ ਚਾਨਣ ਨਹੀਂ। ਹੁਣ ਸੂਰਜ ਚੜ੍ਹਦਾ ਹੈ, ਇਧਰ ਸੂਰਜ ਨੇ ਛਿਪ ਜਾਣਾ, ਸਾਰੇ ਜਗ ਨੂੰ ਇੱਕੋ ਵਾਰੀ ਸੂਰਜ ਚਾਨਣ ਨਹੀਂ ਦੇ ਸਕਦਾ। ਲੇਕਿਨ ਸੱਚੇ ਪਾਤਸ਼ਾਹ ਕਹਿੰਦੇ ਗੁਰਬਾਣੀ ਇੱਕੋ ਵਾਰ ਸਾਰੇ ਜਗ ਨੂੰ ਚਾਨਣ ਦੇ ਸਕਦੀ ਹੈ। ਸਤਿ ਸ਼੍ਰੀ ਅਕਾਲ। ਲੇਕਿਨ ਅਸੀਂ ਚਾਨਣ ਲੈਣ ਵਾਸਤੇ ਤਿਆਰ ਨਹੀਂ। ਜਿੰਨ ਭੂਤ ਪ੍ਰੇਤ ਦੀ ਥਾਂ ਕੋਈ ਨਾ। ਗੁਰਬਾਣੀ ਦਾ ਜਿੱਥੇ ਨਿਵਾਸ ਹੋਵੇ, ਭਾਗਾਂ ਵਾਲੀ ਇਹ ਥਾਂ ਗੁਰੂ ਖਾਲਸਾ ਜੀ ਗੁਰੂ ਗ੍ਰੰਥ ਦਾ ਜਿੱਥੇ ਪ੍ਰਕਾਸ਼ ਹੋਵੇ। ਇਹ ਆਪਾਂ ਵੀ ਸਾਰੇ ਵੱਡੇ ਭਾਗਾਂ ਵਾਲੇ, ਸਾਨੂੰ ਸਤਸੰਗ ਪ੍ਰਾਪਤ ਹੋਇਆ। ਸਮਾਂ ਸਮਾਪਤ ਹੈ। ਮਾਨਯੋਗ ਉਸਤਾਦ ਜੀ ਸਟੇਜ ਸਕੱਤਰ ਸਾਹਿਬ ਮਹਿਰੂ ਸਾਹਿਬ ਉੱਠ ਕੇ ਖਲੋ ਗਏ ਨੇ। ਇਸ ਤੋਂ ਅਗਲੀ ਦਾਸਤਾਨ ਜਿਵੇਂ ਉਸਤਾਦ ਜੀ ਦਾ ਹੁਕਮ ਹੋਵੇਗਾ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਦੇ ਨਾਲ ਇੱਥੋਂ ਸ਼ੁਰੂ ਕਰਕੇ ਸਾਂਝਾ ਕਰਨ ਦਾ ਯਤਨ ਕਰਾਂਗੇ। ਹੋਈਆਂ ਭੁੱਲਾਂ ਦੀ ਦਿਓ ਖਿਮਾ। ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ। ਸ਼੍ਰੀਮਾਨ ਸੰਤ ਬਾਬਾ ਨਰਿੰਦਰ ਸਿੰਘ ਸਾਹਿਬ ਜੀ, ਸ਼੍ਰੀਮਾਨ ਸੰਤ ਬਾਬਾ ਬਲਵਿੰਦਰ ਸਿੰਘ ਸਾਹਿਬ ਜੀ, ਜਥੇਦਾਰ ਬਾਬਾ ਗੁਰਮੀਤ ਸਿੰਘ ਸਾਹਿਬ ਜੀ ਔਰ ਸਾਰੇ ਹੀ ਪ੍ਰਬੰਧਕ ਜਨਾਂ ਦਾ, ਸਤਿਕਾਰਯੋਗ ਉਸਤਾਦ ਜੀ ਦਾ, ਮਹਾਂਪੁਰਖਾਂ ਦਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦਾ ਕੋਟਾਨ ਕੋਟ ਧੰਨਵਾਦ। ਆਓ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਕੋਲ ਸਰਵਣ ਕਰੀਏ। ਹੋਈਆਂ ਭੁੱਲਾਂ ਦੀ ਦਿਓ ਖਿਮਾ। ਢਾਡੀ ਭਾਈ ਹਰਦੀਪ ਸਿੰਘ ਦੀਪ ਪਿੰਡ ਬੀਸਲਾ, ਢਾਡੀ ਭਾਈ ਰਣਜੀਤ ਸਿੰਘ ਖਾਲਸਾ ਪਿੰਡ ਬੰਡਾਲਾ, ਸਰੰਗੀ ਵਾਦਕ ਭਾਈ ਦਵਿੰਦਰ ਸਿੰਘ ਰਾਣੂ ਪਿੰਡ ਜੱਸੋ ਮਜਾਰਾ, ਦਾਸ ਭਾਈ ਦੀਦਾਰ ਸਿੰਘ ਸੰਗਤਪੁਰ ਰਹਿਸ਼ ਫਗਵਾੜਾ। ਇਹਨਾਂ ਕੁਝ ਕਹਿੰਦੇ ਖਿਮਾ ਤੇ ਜੱਜ ਕਹਾ ਦੋਵੇਂ ਹੱਥ ਜੋੜ ਕੇ ਮਨ ਬਿਰਤੀ ਇਕਾਗਰ ਕਰਕੇ ਝੁਕਾਓ ਸੀਸ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।